हो एकत्र मिलो मेरे पाई, हो एकत्र मिलो मेरे पाई, दुविधा दूर करो, दुविधा दूर करो, लेवलाए दुविधा दूर करो। हो एकत्र मिलो मेरे पाई, हो एकत्र मिलो मेरे पाई, दुविधा दूर करो, दुविधा दूर करो, लेवलाए दुविधा दूर करो। हो एकत्र मिलो मेरे पाई, हो एकत्र मिलो मेरे पाई, दुविधा दूर करो। वाहिगुरु जी का खालसा वाहिगुरु जी की फतेह। वाहिगुरु जी कृपा ਨਾਲ ਅੱਜ ਅਸੀਂ ਜਾਤੀ ਸਾਹਿਬ ਪੂਰੇ ਕਰ ਲਏ ਹਨ। ਹੁਣ ਅਗਲੇ ਹਫਤੇ ਕਿਹੜਾ ਟੌਪਿਕ ਲਈ ਅੱਜ ਅਸੀਂ ਡਿਸਾਈਡ ਕਰਾਂਗੇ। मेरा सजेशन है ਆਪਾਂ ਆਸਾ ਦੀ ਵਾਰ ਦੀ ਬਾਣੀ ਦੇ ਅਰਥ ਕਰਦੇ ਹਾਂ। ਇਹ ਬਾਣੀ ਸੱਚਾ ਤੇ ਕਾਮਯਾਬ ਸਮਾਜਿਕ ਜੀਵਨ ਜੀਣ ਲਈ ਇੱਕ ਟ੍ਰੇਨਿੰਗ ਵਰਕਸ਼ਾਪ ਹੈ। ਇਹ ਰੱਖਦਾ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਨੂੰ ਗੁਰਮੁਖ ਬਣਾਉਣ ਲਈ 2 ਘੰਟੇ ਲਈ ਟ੍ਰੇਨਿੰਗ ਵਰਕਸ਼ਾਪ ਲਾਉਂਦੇ ਰਹੇ ਨੇ ਤੇ ਹੁਣ ਘੱਟ ਤੋਂ ਘੱਟ ਅਸੀਂ ਉਹਦਾ ਅਰਥ ਤੇ ਕਰੀਏ। मैं सोचता हूँ किसी को उस बाणी से अर्थ कर रही इस बाणी में गुरु नानक देव जी महाराज जी ने सारी मनुष्यता ਲਈ एक ਸਾਂਝੇ ਧਰਮ ਦੀ ਫਿਲਾਸਫੀ एक सच्चे धर्म का विज्ञान बहुत सोहने ढंग ਨਾਲ खत्म किया। ਅਸੀਂ ਇਸ ਟੌਪਿਕ ਇਸ ਬਾਣੀ ਦਾ ਅਰਥ ਬਾਰੇ ਸੋਚ ਸਕਦੇ ਹਾਂ। ਜਪਜੀ ਸਾਹਿਬ ਦੇ ਅਰਥ ਅਸੀਂ ਕਰ ਚੁੱਕੇ ਤੇ ਸ਼ਿਵ ਗੋਸ਼ਟ ਬਾਣੀ ਦੇ ਅਰਥ ਕਰਨ ਬਾਰੇ ਅਸੀਂ ਸੋਚ ਰਹੇ ਹਾਂ। ਪਰ ਮੇਰੇ ਅੰਦਰ ਇੱਕ ਸਵਾਲ ਉੱਠਦਾ ਹੈ ਕਿ ਆਖਿਰ ਅਸੀਂ ਗੁਰਦੁਆਰੇ ਆਉਂਦੇ ਕਿਉਂ? ਜਦ ਇਹ ਕਥਾ ਤੇ ਕੀਰਤਨ ਅਸੀਂ ਘਰ ਬੈਠ ਕੇ ਕਰ ਸਕਦੇ ਹਾਂ ਤਾਂ ਗੁਰਦੁਆਰੇ ਆਉਣ ਦਾ ਕੀ ਲਾਭ? सचमुच है जी, गुरबाणी में तो भगवान जितने नाम सारे कर बैठे सिमरन में तो बात आ कुछ भी सिर्फ गुरुद्वारे जाने को। हाँ ठीक है, इसी गुरुद्वारे का टॉपिक प्लान बारे सोच सकते हैं। हाँ, इससे रिलेटेड डेटा भी मेरे को तैयार है तो मैं नेक्स्ट टाइम वो ले आऊँगी कि असं नेक्स्ट टाइम इसका डिस्कशन कर सकते हैं। मेरे ख्याल से साढ़े को मटीरियल तो काफ़ी मिल जाएगा किताबां तो असं डिस्कशन भी आपस में अच्छे तरीके ना कर सकते हैं। पर मैं सोचती हूँ क्यों ना असी संगत हो पुछी कि असी गुरुद्वारे आते क्यों हो। बिल्कुल ठीक है। हैदराबाद में जितने मेन गुरुद्वारे ने ਆਪਾਂ ਸਾਰੇ ਗੁਰਦੁਆਰੇ ਵਿੱਚ ਜਾਵਾਂਗੇ, ਸੰਗਤਾਂ ਦਾ ਸਰਵੇ ਕਰਾਂਗੇ ਕਿ ਉਹ ਗੁਰਦੁਆਰੇ ਆਉਂਦੇ ਕਿਉਂ। ਸਾਡੇ ਕੁਝ ਦੋਸਤ ਦਿੱਲੀ ਤੇ ਅੰਮ੍ਰਿਤਸਰ ਵੀ ਨੇ, ਅਸੀਂ ਉਹਨਾਂ ਨੂੰ ਵੀ ਕਹਿ ਸਕਦੇ ਹਾਂ ਕਿ ਉਹ ਉੱਥੇ ਗੁਰਦੁਆਰੇ ਜਾ ਕੇ ਸੰਗਤ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰੇ ਕਿ ਉਹ ਗੁਰਦੁਆਰੇ ਕਿਉਂ ਆਉਂਦੇ। ਇਸ ਨਾਲ ਸਾਡਾ ਡਾਟਾਬੇਸ ਸਾਡੀ ਕਲੈਕਸ਼ਨ ਜ਼ਿਆਦਾ ਹੋ ਜਾਏਗੀ। ਤੁਹਾਡੇ ਨਾਲ ਇੱਕ ਕੋਈ ਨਿਊਜ਼ ਸ਼ੇਅਰ ਕਰਨਾ ਚਾਹੁੰਦਾ। ਕੱਲ੍ਹ ਦਾ ਇੰਟਰਨੈਟ ਸਿਗਨੇਟ ਦਾ ਇੱਕ ਐਡ ਪੜਿਆ ਸੀ, ਉਹ ਵੀ ਇੰਟਰਨੈਸ਼ਨਲ ਮੂਵੀ ਮੇਕਿੰਗ ਫੈਸਟੀਵਲ ਆਰਗੇਨਾਈਜ਼ ਕਰਾ ਰਹੇ ਆ ਨॉन ਪ੍ਰੋਫੈਸ਼ਨਲਸ ਲਈ। ਤੇ ਮੈਂ ਸੋਚ ਰਿਹਾ ਸੀ ਜੇ ਅਸੀਂ ਇਹ ਸਰਵੇ ਕਰ ਹੀ ਰਹੇ ਹਾਂ ਤੇ ਕਿਉਂ ਨਾ ਇਸ ਸਰਵੇ ਦਾ ਸਾਰਾ ਡੇਟਾ ਲੈ ਕੇ ਉਹਨੂੰ ਇੱਕ ਮੂਵੀ ਦੇ ਫਾਰਮ ਵਿੱਚ ਕਨਵਰਟ ਕਰ ਦਈਏ ਤੇ ਫਿਰ ਉਹ ਮੂਵੀ ਐਂਟਰੀ ਵਾਂਗੂ ਭੇਜ ਦਈਏ। ਬਹੁਤ ਵਧੀਆ ਆਈਡੀਆ ਸੀ ਕਿਤਾ ਪ੍ਰੀਤ, ਲੇਕਿਨ ਇਸ ਪ੍ਰੋਜੈਕਟ ਲਈ ਅਸੀਂ ਤਿਆਰ ਹਾਂ। ਹਾਂ ਚਲੋ ਗੁਰੂ ਦਾ ਆਸਰਾ ਲਈਏ ਤੇ ਮੂਵੀ ਬਣਾਉਣੀ ਸ਼ੁਰੂ ਕਰੀਏ। ਬੋਲੇ ਸੋ ਨਿਹਾਲ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਅਮੀਰਪੇਟ ਹੈਦਰਾਬਾਦ। ਸਾਡਾ ਸਵਾਲ ਅੱਜ ਦਾ ਕਿ ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ ਤੇ ਸਾਡਾ ਜ਼ਿੰਦਗੀ ਵਿੱਚ ਗੁਰਦੁਆਰਿਆਂ ਦਾ ਕੀ ਪ੍ਰਭਾਵ ਹੈ। ਸਵਾਲ ਪੁੱਛਣਾ ਸੀਗਾ ਜੀ, ਤੁਸੀਂ ਗੁਰਦੁਆਰੇ ਕਿਉਂ ਆਉਣਾ? ਬਸ ਅੱਛਾ ਲੱਗਦਾ ਹੈ। Come to Gurudwara to thank God, thank for everything, thank for the healthy life. इसलिए आते कि सानू गुरुद्वारे में पीस ऑफ माइंड मिलता है। असां दी रिलीजियस टीचिंग गुरुद्वारे बड़े बड़े बना देते हैं बट वी डोंट हैव टीचर्स who are going to teach these children। ਗੁਰਦੁਆਰੇ ਵਿੱਚ ਆ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਗੁਰਦੁਆਰੇ ਨਾਲ ਸਾਡਾ ਪਿਆਰ ਹੈ। ਵੀ ਮਨ ਇਹ ਕਰਦਾ ਕਿ ਇੱਕ ਵਾਰੀ ਜਾ ਕੇ ਸਾਧ ਸੰਗਤ ਦੇ ਦਰਸ਼ਨ ਕਰੀਏ। ਹਾਂ, ਸਾਧ ਸੰਗਤ ਵਿੱਚ ਬਹੁਤ ਕੁਛ ਹੈ। ਸਾਡੇ ਗੁਰੂਆਂ ਨੇ ਬਣਾਈ ਹੈ ਸੰਗਤ। ਸਾਡੇ ਬੱਚੇ ਨਹੀਂ ਅੱਗੋਂ ਆ। ਅਸੀਂ ਤੇ ਬਹੁਤ ਕਹਿੰਦੇ ਆ, ਅੱਜ ਕੱਲ੍ਹ ਬੱਚੇ ਮੰਨਦੇ ਹੀ ਨਹੀਂ। ਅਸੀਂ ਤਾਂ ਸੱਚ ਬੋਲਦੇ ਹਾਂ, ਗੁਰੂ ਘਰ ਅੱਗੇ ਖਲੋ ਕੇ ਝੂਠ ਨਹੀਂ ਬੋਲਦੇ। गुरु के दर्शन वास्ते आते हैं भी जिस तरह सारे अपने भाई भरावां तो माताओं बहनों तो मिलने हैं। गुरु ग्रंथ साहिब में जो रहता तो उसमें जो विचार रहते ना वो सीखने के लिए आते हैं। बस महाराज के दरबार में आते ये लंगर की सेवा करने के लिए। आप गुरुद्वारे क्यों आते हो? क्योंकि यहाँ पे
ਇੱਕ ਗੁਰੂ ਦਾ ਘਰ ਹੈ। ਗੁਰਦੁਆਰੇ ਅਸੀਂ ਇਸ ਲਈ ਆਉਂਦੇ ਸੀ ਕਿ ਕੀਰਤਨ ਸੁਣਨ ਨਾਲ ਤੇ ਗੁਰੂ ਦਾ ਸੰਦੇਸ਼ ਲੈਣਾ ਸੀ ਤੇ ਅਗਮੁਖਵਾ ਕੀ ਨਿਕਲਾਣੇ ਗੁਰੂ ਜੀ ਕਿਆ ਉਪਦੇਸ਼ ਦੇਵੇ ਨੇ ਸੰਗਤਾਂ ਨੂੰ। आपका नाम और आपका चलो। तो सुबह में जब मैं गुरुद्वारे आके जो दर्शन करके बाद में जिस काम पे निकल जाता हूँ तब मेरे हर मैदान फतेह हो जाती है। शांति के लिए एटमॉस्फेयर चाहिए जो घर में नहीं मिल सकता। गुरुद्वारे में आके ये हो जाता है कि आपका एटमॉस्फेयर है। मैं गुरुद्वारे इसलिए आता हूँ मन की शांति और गुरु संगत की दर्शन करने और सेवा। गुरुद्वारा इसलिए आते हैं, ये गुरुद्वारा आपके लिए बनाया गया है हमारे। ਅਸੀਂ ਆਪਣੀ ਇੱਛਾ ਪੂਰੀ ਕਰਦੇ ਹਾਂ ਗੁਰਦੁਆਰੇ ਆ ਕੇ। ਅਸੀਂ ਜੋ ਕੁਝ ਵੀ ਮੰਗਦੇ ਹਾਂ ਉਹ ਸਾਨੂੰ ਮਿਲਦਾ ਵਾ। गुरुद्वारा तो साढ़े सिख कौम का इंस्टीट्यूशन है, ये विद्यालय वर्गा है। असी गुरु के उपदेशों ਨੂੰ ਇੱਥੇ ਸੁਣਦੇ ਹਾਂ। हम गुरुद्वारे क्यों आते हैं? आप आंसर दो। हम गुरुद्वारे क्यों, आप गुरुद्वारे क्यों आते हो? लंगर छकने, श्रद्धा है भगवान की, गुरु महाराज की श्रद्धा है, गुरु महाराज का प्रेम है, इसलिए आते हैं। पढ़ाई मांगने के लिए आते हैं। लंगर अच्छा लगता है। गुरुद्वारे आने से मुझे कॉन्फिडेंस आता है अपनी पढ़ाई पर, अपने आप पर। गुरुद्वारे का मतलब है गुरु का घर, जहाँ पर हम आते हैं, मत्था टेकने आते हैं और हमें जो यहाँ पर ज्ञान प्राप्त होता है वो हम प्राप्त करते हैं। ਗੁਰਦੁਆਰੇ ਆਉਣ ਨਾਲ ਸਾਨੂੰ ਸ਼ਾਂਤੀ ਮਿਲਦੀ ਹੈ। ਬਸ ਅਸੀਂ ਸਿੱਖਾਂ ਦਾ ਸਾਨੂੰ ਗੁਰਦੁਆਰੇ ਆਉਣਾ ਜ਼ਰੂਰੀ ਹੈ। ਸਾਨੂੰ ਬਾਬੇ ਦੀ ਸ਼ਰਨ ਲੈਣੀ ਜ਼ਰੂਰੀ ਹੁੰਦੀ ਹੈ। कि तुसी गुरुद्वारे क्यों आते हो? ਗੁਰਦੁਆਰੇ ਕਿਉਂ ਆਉਂਦੇ? ਅਸੀਂ ਆਉਂਦੇ ਹਾਂ ਮਨ ਦੀ ਸ਼ਾਂਤੀ ਵਾਸਤੇ। केवल जोड़ियां की सेवा करने वास्ते गुरुद्वारे सुनने के लिए और मत्था टेकने के लिए। मैं गुरुद्वारे इस करके आना भी इतने जुड़ते जाइए, परमात्मा नाम सुनने मिलता है, कोई चंगी गल करना पैंती है। ਕੀਰਤਨ ਸੁਣਨ ਵਾਸਤੇ ਗੁਰਦੁਆਰੇ से आने के मन में शांति मिलती है यार। पूरे हफ्ते का जो बिजी शेड्यूल होने के बाद जब मैं गुरुद्वारा आता हूँ तो मैं रिफ्रेश हो जाता हूँ, मैं अपनी एनर्जी रिगेन करता हूँ। अगर मैं तो कहना एक कोई होम्योपैथिक डिस्पेंसरी भी नाल होवे, लिटरेचर होवे और बाकी डी एडिक्शन का काम होवे, यंग जनरेशन को कैरियर गाइडेंस होवे। फॉर पीस ऑफ माइंड सत्य 6 दिन ਅਸੀਂ ਘਰ ਰਹਿੰਦੇ ਹਾਂ ਤੇ 7ਵੇਂ ਦਿਨ ਸਾਰਿਆਂ ਦੇ ਨਾਲ ਮਿਲ ਲਈਦਾ ਹੈ। ਹੋਰ ਗੁਰਦੁਆਰੇ ਕੁਝ ਸਿੱਖਿਆ ਲੈ ਕੇ ਜਾਈਦੀ ਹੈ ਤੇ ਆਪਣੇ ਬੱਚਿਆਂ ਨੂੰ ਦੱਸੀਦਾ ਹੈ। निशी राज सिंह जी तुसी दसोगे तुसी गुरुद्वारे क्यों आते हो? होए कतर मिलो मेरे पाई डूबता। अशमीत कौर जी तुसी गुरुद्वारे क्यों आते हो? सबक सुनने के लिए। शब्द सुनने के लिए बस। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਏ ਹਾਂ ਗੁਰਦੁਆਰਾ ਅਫਜ਼ਲਗੰਜ ਤੇ ਅਸੀਂ ਅੱਜ ਸੰਗਤ ਤੋਂ ਪੁੱਛ ਰਹੇ ਹਾਂ ਕਿ ਆਖਰ ਉਹ ਗੁਰਦੁਆਰੇ ਕਿਉਂ ਆਉਂਦੇ ਨੇ ਤੇ ਗੁਰਦੁਆਰਿਆਂ ਦਾ ਉਹਨਾਂ ਦੀ ਜ਼ਿੰਦਗੀ 'ਚ ਕੀ ਪ੍ਰਭਾਵ ਹੈ। ਆਓ ਸੰਗਤ ਤੋਂ ਜਾਣਨ ਦੀ ਕੋਸ਼ਿਸ਼ ਕਰੀਏ। ਦੁਬਿਧਾ ਦੂਰ ਕਰੋ ਲਿਵ ਲਾਏ। ਇਹਦੇ ਸਾਡੀ ਯੂਨਿਟੀ ਵਾਸਤੇ ਗੁਰਦੁਆਰੇ ਜਾਣਾ ਹੈ। दर्शन करन आने हैं। दर्शन करने आते हैं, मत्था टेकने आते हैं। सरदार और के बंदा गुरुद्वारे ने आया तो सरदार क्यों? गुरुद्वारे आने ਨਾਲ ਮੈਨੂੰ ਪਰਸਨਲੀ ਮਨ ਬੜੀ ਸ਼ਾਂਤੀ ਮਿਲਦੀ ਹੈ। My name is Anita Punjabi. I am a non-Sikh, but I still come to Gurudwara because there is no caste system and all that. ਪਾਪ ਕੀਤੇ ਹੁੰਦੇ ਉਹਨਾਂ ਨੂੰ ਬਖਸ਼ਣ ਵਾਸਤੇ, ਕਿ ਗਲਤੀ ਹੋਵੇ ਸਾਨੂੰ ਮਾਫ ਕਰੋ ਭਗਵਾਨ। ਆਪਣੇ ਜੀਵਨ ਦੀ ਸੇਧ ਲੈਣ ਵਾਸਤੇ ਆਉਣੇ। ਇਹ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ। ਮੇਰਾ ਜੀ ਕਰਦਾ ਮੈਂ ਇੱਥੇ ਹੀ ਰਹਾਂ। ਜਿੱਥੇ ਆ ਕੇ ਆਪਾਂ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਸੰਗਤ ਦੇ ਦਰਸ਼ਨ ਕਰਨ ਆਉਂਦੇ ਹਾਂ। Oh, I go to Gurdwara to pay respect to my guru and get a peace in my life. ਜੋ ਅਸੀਂ ਇੱਥੋਂ ਮੰਨਤਾਂ ਮੰਗਾਂਗੇ ਉਹ ਸਾਡੀਆਂ ਪੂਰੀਆਂ ਹੋਣਗੀਆਂ। So many people say the Gurdwara is very beautiful view and very nice people in here. So I come from Dharamsala, come here today. ਅਸੀਂ इसके लिए ताऊ क्योंकि वीजा लेने ਅਸੀਂ ਗੁਰਦੁਆਰੇ ਆਪਣੇ ਗੁਰੂ ਨੂੰ ਰੁੱਸੇ ਹੋਏ ਨੂੰ ਮਨਾਉਣ ਆਉਂਦੇ ਹਾਂ ਜੀ। ਅਸੀਂ ਗੁਰਦੁਆਰੇ ਇਸ ਲਈ ਆਉਂਦੇ ਹਾਂ ਕਿ ਜੋ ਵੀ ਸਾਡੇ ਕੋਲ ਭੁੱਲਾਂ ਹੋਈਆਂ ਵਾ ਹਮਾਰੇ ਸਾਰੇ ਦਿਨ 'ਚ ਬਖਸ਼ ਲੈ। ਅਸੀਂ ਗੁਰਦੁਆਰਾ ਸਾਹਿਬ ਇਸ ਕਰਕੇ ਆਉਂਦੇ ਹਾਂ, ਅਸੀਂ ਗੁਰੂ ਤੋਂ ਪਿੱਛੇ ਨਾ ਹਟ ਜਾਈਏ ਕਿ ਉਹਦੇ ਜੋ ਸਿਧਾਂਤ ਉਹਨੇ ਸਾਨੂੰ ਦੱਸੇ ਆ ਅਸੀਂ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ। Reporting for the documentary Guru Da Ghar from village Chahal, post office Becha, via Tanda Odmod, district Hoshiarpur. ਸਾਡਾ ਜਿਹੜਾ ਨੌਜਵਾਨ ਵਰਗ ਹੈ ਇਹ ਨਸ਼ਿਆਂ ਵੱਲ ਨੂੰ ਤੁਰ ਪਿਆ। ਬਾਪ ਅੰਮ੍ਰਿਤਧਾਰੀ ਹੁੰਦਾ, ਪੁੱਤ ਦੇ ਸਿਰ ਤੇ ਬਾਲ ਵੀ ਨਹੀਂ ਹੁੰਦੇ, ਕੁਛ ਵੀ ਨਹੀਂ ਹੁੰਦਾ। ਯਾਨੀ ਇਹ ਗੁਰੂ ਘਰ ਤੋਂ ਬੇਮੁਖ ਹੋ ਰਿਹਾ। ਪੁਰਾਤਨ ਗੁਰਦੁਆਰਾ ਸਾਹਿਬ ਜਿਹੜੇ ਹੁੰਦੇ ਸੀ, ਗੁਰਦੁਆਰਾ ਸਾਹਿਬ ਬੱਚੇ ਹੁੰਦੇ ਸੀ,
ਔਰ ਉਹਨਾਂ ਦੇ ਵਿੱਚ ਸਿੱਖ ਹੁੰਦੇ ਜੇ ਸੀ ਉਹ ਪੱਕੇ ਹੁੰਦੇ ਸੀ। ਅੱਜ ਦਾ ਗੁਰਦੁਆਰੇ ਕੱਚੇ ਹੋ ਗਏ ਆ, ਸਿੱਖ ਗੁਰਦੁਆਰਾ ਸਾਹਿਬ ਪੱਕੇ ਹੋ ਗਏ, ਸਿੱਖ ਜੋ ਕੱਚੇ ਹੁੰਦੇ ਜਾ ਰਹੇ ਆ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅੱਜ ਦੇ ਸਮੇਂ ਅੰਦਰ ਗੁਰਦੁਆਰੇ ਅਸੀਂ ਅੱਡੇ ਬਣੇ ਪਏ ਹਨ। ਲੋਕ ਇੱਥੋਂ ਹੀ ਰਾਜਨੀਤੀ ਦਾ ਆਪਣਾ ਸਫ਼ਰ ਸ਼ੁਰੂ ਕਰਦੇ ਹਨ ਤੇ ਦੂਰ ਤੱਕ ਜਾਂਦੇ ਹਨ। ਅੱਜ ਉਹਨਾਂ ਲੋਕਾਂ ਦਾ ਗੁਰਦੁਆਰਿਆਂ ਦੇ ਉੱਪਰ ਕਬਜ਼ਾ ਹੈ ਕਿ ਜਿਹੜੇ ਜੀਵਨ ਦੇ ਅੰਦਰ ਇਤਨੇ ਕੁਕਰਮ ਕਮਾਉਂਦੇ ਹਨ ਕਿ ਉਹ ਲੋਕ ਅੱਜ ਗੁਰਦੁਆਰਿਆਂ ਦੇ ਅੰਦਰ ਆਪਣਾ ਕਬਜ਼ਾ ਕਰਕੇ ਬੈਠੇ ਹੋਏ ਹਨ। ਲੋੜ ਹੈ ਅੱਜ ਸਮੇਂ ਦੀ ਕਿ ਅਸੀਂ ਇੱਕ ਹਮਲਾ ਮਾਰੀਏ, ਕੋਸ਼ਿਸ਼ ਕਰੀਏ ਜੋ ਨਵਾਂ ਖੂਨ ਹੈ, ਉੱਚੇ ਜੀਵਨ ਵਾਲੇ ਲੋਕ ਹਨ, ਉਹਨਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਲਿਆਂਦਾ ਜਾਵੇ। ਗੁਰਦੁਆਰੇ ਆਉਣ ਦਾ ਮੇਨ ਮਕਸਦ ਸਾਡਾ ਇਹ ਹੈ ਕਿ ਅਸੀਂ ਆਪਣਾ ਜੀਵਨ ਸੁਧਾਰਨਾ ਆ। ਮਕਸਦ ਸਿਰਫ ਇਹ ਆ ਕਿ ਅਸੀਂ ਗੁਰੂ ਦੀ ਬਾਣੀ ਜਾਂ ਜੋ ਗੁਰੂ ਦੀ ਸਾਨੂੰ ਸਿੱਖਿਆ ਹੈਗੀ ਆ ਅਸੀਂ ਉਸ ਤੇ ਪ੍ਰੈਕਟੀਕਲੀ ਜੀਵਨ ਜੀਣਾ ਆ ਤੇ ਮਨ ਦੀ ਸ਼ਾਂਤੀ ਲਈ ਇੱਥੇ ਆਉਂਦੇ ਆ। ਅੱਜ ਕੱਲ ਗੁਰਦੁਆਰਿਆਂ ਨੂੰ ਲੋਕਾਂ ਨੇ ਮਿਲਣ ਦੀ ਪਲੇਸ ਬਣਾ ਲਈ ਹੈ। ਜਿਵੇਂ ਬੀਬੀਆਂ ਪਿਕਨਿਕ ਨੂੰ ਕਹਿੰਦੀਆਂ ਨੇ ਉਵੇਂ ਉਹ ਗੁਰਦੁਆਰੇ ਨੂੰ ਕਹਿੰਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ। ਮੈਂ ਗੁਰਦੁਆਰੇ ਆਬਵੀਅਸਲੀ ਇਸੇ ਲਈ ਜਾਣਾ ਕਿ ਮੈਨੂੰ ਉੱਥੇ ਸ਼ਾਇਦ ਮੇਰੇ ਹਿਸਾਬ ਤੋਂ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ। ਮੇਰੇ ਲਈ ਗੁਰਦੁਆਰੇ ਜਾਣ ਦਾ ਜੋ ਮੇਰੇ ਤੇ ਪ੍ਰਭਾਵ ਹੈ ਇਹ ਸਭ ਤੋਂ ਮੇਨ ਹੈ ਕਿ ਮੈਨੂੰ ਗਲਤ ਜਗ੍ਹਾ ਤੇ ਜਾਣ ਤੋਂ ਰੋਕਦੀ ਹੈ। ਬਾਕੀ ਜੋ ਫਿਜ਼ੀਕਲ ਪਾਰਟ ਹੈਗੀ ਹੈ, ਫਿਜ਼ੀਕਲ ਸਟਰੈਂਥ ਜੋ ਮੇਰੇ ਹਿਸਾਬ ਤੋਂ ਮੈਂ ਸਿੱਖੀ ਹੈ ਇਹ 100 ਵਿੱਚੋਂ 90% ਮੈਂ ਗੱਤਕੇ ਨਾਲ ਸਿੱਖੀ ਹੈ। ਬੱਚਿਆਂ ਨੂੰ ਦਸਤਾਰਬੰਦੀ ਦੀਆਂ ਕਲਾਸਿਸ ਲਗਾਈਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚ ਟੀਚਰ ਜਿਹੜੇ ਹੁੰਦੇ ਆ ਉਹ ਕਲਾਸਿਸ ਦੁਆਰਾ ਟ੍ਰੇਨਡ ਕੀਤੇ ਜਾਂਦੇ ਨੇ, ਜਿਹਦੇ ਵਿੱਚ ਯੂਨੀਵਰਸਿਟੀਜ਼ ਦੇ ਲੈਕਚਰਰ, ਯੂਨੀਵਰਸਿਟੀ ਦੇ ਪ੍ਰੋਫੈਸਰਸ, ਡਾਕਟਰਸ, ਇੰਜੀਨੀਅਰ ਸਾਰੇ ਆ ਕੇ ਆਪਣਾ ਪਾਰਟਿਸਿਪੇਟ ਕਰਦੇ ਨੇ ਕਰ ਰਹੇ ਹਾਂ। ਸਿੰਗਲ ਕਿਰਪਾਨ ਮਹਿੰਦਰ ਡਬਲ ਮਲੱਟੀ ਜੁਝਾਰ ਦੋ ਕਦਮ ਦੇ ਕਿ ਮੇਰਾ ਮੰਨਣਾ ਇਹ ਹੈ ਕਿ ਬਾਕੀ ਥਾਵਾਂ ਦੇ ਨਾਲ ਭਾਵੇਂ ਗੱਤਕਾ ਸਿਖਾਇਆ ਜਾਵੇ ਨਾ ਸਿਖਾਇਆ ਜਾਵੇ, ਲੇਕਿਨ ਗੁਰਦੁਆਰਾ ਸਾਹਿਬ ਦੇ ਵਿੱਚ ਗੱਤਕਾ ਸਿਖਾਉਣਾ ਬਹੁਤ ਲਾਜ਼ਮੀ ਹੈ। ਹਰ ਨਾਮੈ ਕੇ ਹੋ ਜੋੜੀ for peace of mind to know what is Sikh religion. सिख का ये फर्ज है कि रोजाना अपने गुरु के दर्शन करने वास्ते आए। ये गुरु साहबान का हुक्म भी है कि जो सतगुरु का जो सिख भाव है सो पलके उठ हर नाम से आवे। गुरुद्वारे ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਅਸੀਂ ਗੁਰਦੁਆਰੇ ਇਸ ਲਈ ਆਉਂਦੇ ਹਾਂ ਕਿਉਂਕਿ ਸਾਡੀ ਸ਼ਰਧਾ ਦਿਲ ਕਰਦਾ ਹੈ ਕਿ ਹਫਤੇ 'ਚ ਇੱਕ ਚੱਕਰ ਹੋਣਾ ਚਾਹੀਦਾ ਗੁਰਦੁਆਰੇ। थोड़ा बाबा जी अपने बच्चों से आईदा कि चल रही बीमारियां से बड़ा मेन मन्या गया है। ਫਿਰ ਜਦੋਂ ਸਾਡੇ ਸਾਰੇ ਰਸਤੇ ਜਦੋਂ ਸਭ ਪਾਸੇ ਬੰਦ ਹੋ ਜਾਂਦੇ ਨੇ ਉਸ ਭਾਵਨਾ ਦੇ ਨਾਲ ਅਸੀਂ ਇੱਥੇ ਆਉਂਦੇ ਹਾਂ। ਇੱਥੇ ਆ ਕੇ ਸਾਡੇ ਸਾਰੇ ਰਸਤੇ ਖੁੱਲ ਜਾਂਦੇ ਨੇ। ਅਸੀਂ ਇਸ ਕਰਕੇ ਆਉਂਦੇ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਮਾਰਗ ਦਿੱਤਾ ਹੈ, ਸਾਨੂੰ ਆਪਣੇ ਸੱਚਖੰਡ ਜਾਣ ਵਾਸਤੇ ਇੱਕ ਮਾਰਗ ਦਿੱਤਾ ਹੈ ਕਿ ਇੱਥੋਂ ਦੀ ਤੁਸੀਂ ਰਸਤਾ ਆਪਣਾ ਲੱਭੋ, ਗੁਰਦੁਆਰੇ ਆਓ, ਉਹਨਾਂ ਪਿਆਰ ਦੀਆਂ ਰੂਹਾਂ ਨੂੰ ਮਿਲੋ ਜਿਹੜੇ ਰੱਬ ਦੇ ਪਿਆਰ ਨਾਲ ਮਿਲੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੁਰਦੁਆਰੇ ਇਸ ਲਈ ਆਉਂਦੇ ਹਾਂ, हर किसी के किसी के पास कोई ना कोई कमी तो होंदी है किसी ना किसी चीज़ की। वो चाहता है कि ए भी होए मेरे को, ए भी होए, तो इसलिए मनोकामना वास्ते गुरुद्वारे जाने बाबा जी सुख शांति रखन कर। My name is Gushin Kaur. I come to Gurdwara because I love Sikhs and I love Gurdwara. लो भाई मिल गए ने बहुत सारे जवाब। ਹੁਣ ਤਾਂ ਬਸ ਛੇਤੀ ਦੇ ਕੇ ਫਿਲਮ ਦੀ ਐਡੀਟਿੰਗ ਕਰੀਏ ਤੇ ਭੇਜ ਦਈਏ ਸਿੱਖ ਨੈਟ ਵਾਲਿਆਂ ਨੂੰ। ਵੈਸੇ ਇੱਕ ਗੱਲ ਤਾਂ ਮੰਨਣੀ ਪੈਣੀ ਹੈ, ਇਹ ਫਿਲਮ ਕਰਦੇ ਸਿੱਖਣ ਨੂੰ ਬਹੁਤ ਕੁਝ ਮਿਲਿਆ। ਸਾਡੀ ਮਿਹਨਤ ਸਫਲ ਹੋਈ ਹੈ। ਸੰਤਾਂ ਨੇ ਬਹੁਤ ਜੋਸ਼ ਤੇ ਉਤਸ਼ਾਹ ਨਾਲ ਜਵਾਬ ਦਿੱਤੇ ਹੈ। ਸ਼ਾਇਦ ਪਹਿਲੀ ਵਾਰ ਹੈ ਕਿ ਸੰਤਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਪਈ ਹੈ ਕਿ ਅਸੀਂ ਗੁਰਦੁਆਰੇ ਕਿਉਂ ਜਾਂਦੇ ਹਾਂ ਤੇ ਗੁਰਦੁਆਰੇ ਦਾ ਸਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਹੈ। ਸੰਗਤਾਂ ਤੋਂ ਸਾਨੂੰ ਵੱਖ-ਵੱਖ ਜਵਾਬ ਮਿਲੇ ਨੇ। ਕੋਈ ਗੁਰਦੁਆਰੇ ਮਨ ਦੀ ਸ਼ਾਂਤੀ ਲਈ, ਕੋਈ ਸੇਵਾ ਕਰਨ ਲਈ, ਲੰਗਰ ਛਕਣ ਲਈ ਤੇ ਮਿਲਣ ਮਿਲਾਣ ਵਾਸਤੇ ਵੀ ਆਉਂਦੇ ਨੇ। पर मोतिया का जवाब यही है कि गुरुद्वारे मन की शांति वास्ते आते। ठीक है, पिछले हफ्ते मेरी बॉस से मेरी तू मैं हो गई। गुस्से में मैं कुछ कहता, 2 दिन मेरा मन तपदा रहा। जब मैं ऐतवार गुरुद्वारे गई तो रागी जी शब्द पढ़ रहे सन, फरीदा बुरे दा भला कर, गुस्सा मन ना भंडाए, देही रोग ना लग गई, पल्ले सब कुछ पाए। ये सब कुछ सुनते सार मैनू इंज लग्या जिवें मेरे तपदे हुए मन में किसी ने ठंडे बर्फ की सिर पा दी।
अगले दिन मैं ऑफिस जाते ही मैं सर को क्या सॉरी, उसने क्या गलती मेरी भी सी, चलो जस्ट फॉरगिव एंड फॉरगिव। फिर दोहां ने कैंटीन में जाके जूस पीता तो सारा माहौल प्यार वाला बन गया। ਹਾਂ ਇਸੇ ਕਰਕੇ ਬਾਣੀ ਨੂੰ ਮਿੱਠੀ ਅੰਮ੍ਰਿਤ ਦੀ ਧਾਰਾ ਕਿਹਾ ਜਾਂਦਾ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਆਹ ਕਲਿੱਪ ਵੇਖੋ, ਬੀਬੀ ਦੇ ਕਹਿਣ ਵਿੱਚ ਕਿੰਨੀ ਤੜਪ ਹੈ। ਉਹਦੇ ਬੱਚੇ ਗੁਰਦੁਆਰੇ ਨਹੀਂ ਆਉਂਦੇ। ਉਹ ਕਹਿੰਦੀ ਹੈ ਅਸੀਂ ਤੇ ਬਹੁਤ ਕਹਿੰਦੇ ਆ, ਅੱਜ ਕੱਲ ਬੱਚੇ ਮੰਨਦੇ ਹੀ ਨਹੀਂ। ਅਸੀਂ ਤੇ ਸੱਚ ਬੋਲਦੇ ਆ, ਗੁਰੂ ਘਰ ਅੱਗੇ ਖਲੋ ਕੇ ਝੂਠ। ਬੱਚੇ ਕਿਉਂ ਆਉਣ ਕਿ ਅਸੀਂ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਗਰੂਕ ਕਰਵਾ ਰਹੇ ਹਾਂ, ਜਦ ਕਿ ਸਾਨੂੰ ਕਹਾਣੀਆਂ ਸੁਣਾਉਣ ਲਈ ਕਹਿੰਦੇ ਨੇ ਕਿ ਅਸੀਂ ਉਹਨਾਂ ਨੂੰ ਸਾਖੀਆਂ ਸੁਣਾਉਂਦੇ ਹਾਂ ਜਾਂ ਇਹ ਕਹਿ ਕੇ ਟਾਲ ਦਿੰਦੇ ਹਾਂ ਮੇਰੇ ਕੋਲ ਤਾਂ ਟਾਈਮ ਨਹੀਂ, ਤੂੰ ਕੁਝ ਹੋਰ ਕਰ। ਤੇ ਗੁਰਦੁਆਰੇ ਵਿੱਚ ਵੀ ਉਹਨਾਂ ਦੇ ਇੰਟਰਸਟ ਵਾਸਤੇ ਹੈ ਕਿ ਅਸਾਂ ਦੀ ਰਿਲੀਜੀਅਸ ਟੀਚਿੰਗ ਗੁਰਦੁਆਰੇ ਵੱਡੇ ਵੱਡੇ ਬਣਾ ਦਿੱਤੇ ਹੈ, ਬਟ ਵੀ ਡੋਨਟ ਹੈਵ ਟੀਚਰਸ ਹੂ ਆਰ ਟੂ ਟੀਚ ਥੀਸ ਚਿਲਡਰਨ। ਮੈਂ ਸੋਚਦੀ ਹਾਂ ਗੁਰਦੁਆਰੇ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਉਹ ਛੁੱਟੀ ਤੇ ਤਿਉਹਾਰਾਂ ਵਾਲੇ ਦਿਨ ਬੱਚਿਆਂ ਲਈ ਸਪੈਸ਼ਲ ਪ੍ਰੋਗਰਾਮ ਲਿਖਣ ਕਿ ਉਹਨਾਂ ਦੇ ਇਨਵੋਲਵਮੈਂਟ ਦਾ ਮਾਹੌਲ ਬਣਾਉਣ, ਇਤਿਹਾਸਿਕ ਫਿਲਮਾਂ ਦਿਖਾਉਣ, ਕੰਪੀਟੀਸ਼ਨ ਕਰਾਉਣ, ਗੁਰਮਤ, ਕੀਰਤਨ, ਮਾਰਸ਼ਲ ਆਰਟ ਸਿਖਾਉਣ ਦੇ ਪ੍ਰਬੰਧ ਕੀਤੇ ਜਾਣ। मैं तो कहना कोई होम्योपैथिक डिस्पेंसरी भी नाल होवे, लिटरेचर होवे और बाकी रीडिक्शन का काम होवे, यंग जनरेशन को कैरियर गाइडेंस होवे। ਇਸ ਨਾਲ ਬੱਚਿਆਂ ਵਿੱਚ ਉਤਸ਼ਾਹ ਤੇ ਚਾਹਤ ਪੈਦਾ ਹੋਏਗੀ ਕਿ ਗੁਰਦੁਆਰੇ ਵੀ ਆਉਣਗੇ। ਬੱਚਿਆਂ ਦੇ ਆਉਣ ਦੀ ਗੱਲ ਕਰਦੇ ਹੋ। ਮੈਂ ਗੁਰਦੁਆਰੇ ਦੇ ਸਾਹਮਣੇ ਇਡਲੀ ਡੋਸਾ ਵੇਚ ਰਹੇ ਬੱਚੇ ਨੂੰ ਸਵਾਲ ਕੀਤਾ ਕਿ ਉਹ ਕਦੀ ਗੁਰਦੁਆਰੇ ਆਇਆ ਹੈ। ਉਸ ਦਾ ਜਵਾਬ ਸੀ आपके लिए बनाया गया, आपके लिए बनाया गया, आपके लिए बनाया गया। ਜੇ ਅਸੀਂ ਗੁਰਦੁਆਰੇ ਦੇ ਸਾਹਮਣੇ ਬੈਠੇ ਬੱਚੇ ਨੂੰ ਆਪਣਾ ਸੰਦੇਸ਼ ਨਹੀਂ ਦੇ ਸਕੇ ਤਾਂ ਕਿਹਨੂੰ ਦੇਵਾਂਗੇ? ਕਿੱਥੇ ਗਿਆ ਸਾਡਾ ਸਰਬ ਸਾਂਝੀ ਗੁਰਬਾਣੀ ਤੇ ਸਰਬ ਸਾਂਝੇ ਗੁਰਦੁਆਰੇ ਵਾਲਾ ਇਮੇਜ? ਤੁਸੀਂ ਨੋਟ ਕੀਤਾ ਹੈ, ਗੁਰਦੁਆਰੇ ਆਉਣ ਵਾਲੀ ਸੰਗਤ ਵਿੱਚ 90% ਤੋਂ ਜ਼ਿਆਦਾ ਲੋਕ ਸਿੱਖ ਨੇ। ਹੋਰ ਧਰਮਾਂ ਦੇ ਲੋਕਾਂ ਦੀ ਗਿਣਤੀ ਦਾ ਨਾ ਬਰਾਬਰ ਹੈ। ਅਸੀਂ ਕਹਿੰਦੇ ਨਹੀਂ ਥੱਕਦੇ ਕਿ ਹਰਿਮੰਦਰ ਸਾਹਿਬ ਵਿੱਚ 4 ਦਰਵਾਜ਼ੇ 4 ਦਿਸ਼ਾਵਾਂ ਵਿੱਚ ਇਸ ਲਈ ਨੇ ਤਾਂ ਕਿ ਹਰ ਧਰਮ ਦੇ ਲੋਕ ਗੁਰਦੁਆਰਾ ਸਾਹਿਬ ਵਿੱਚ ਆ ਸਕਣ। ਤੇ ਕਈ ਦਹਾਕੇ ਪਹਿਲਾਂ ਆਉਂਦੇ ਹੀ ਸੀ, ਪਰ ਹੁਣ ਕੀ ਹੋ ਗਿਆ? ਕਿਉਂ ਸਾਰੇ ਲੋਕ ਗੁਰਦੁਆਰਾ ਸਾਹਿਬ ਨੂੰ ਸਿਰਫ ਸਾਡਾ ਪੂਜਾ ਦਾ ਸਥਾਨ ਸਮਝ ਬੈਠੇ ਨੇ? ਕਿ ਅਸੀਂ ਆਪ ਹੀ ਗੁਰਦੁਆਰੇ ਨੂੰ ਸਿੱਖਾਂ ਦਾ ਹੀ ਪੂਜਾ ਸਥਾਨ ਨਹੀਂ ਬਣਾ ਦਿੱਤਾ ਹੈ ਕਿ ਅਸੀਂ ਆਏ, ਮੱਥਾ ਟੇਕਿਆ, ਆਪਣੀਆਂ ਅੱਖਾਂ ਮੀਟੀਆਂ, 10 ਮਿੰਟ ਬੈਠੇ ਤੇ ਪ੍ਰਸ਼ਾਦ ਲਿਆ ਤੇ ਉੱਠ ਕੇ ਚਲੇ ਗਏ। ਆਏ, ਮੱਥਾ ਟੇਕਿਆ, ਲੰਗਰ ਖਾਦਾ ਤੇ ਭੁੱਲ ਭੁਲਾ ਗਏ। ਬਾਣੀ ਤਾਂ ਸਾਰੀ ਮਨੁੱਖਤਾ ਲਈ ਸਾਂਝੀ ਹੈ। ਕਿੰਨੀ ਕਿ ਆਮ ਜਨਤਾ ਨੂੰ ਅਸੀਂ ਇਹ ਦੱਸਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਸਿੱਖ ਗੁਰੂਆਂ ਦੀ ਹੀ ਬਾਣੀ ਨਹੀਂ, ਇਸ ਵਿੱਚ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਭਗਤਾਂ ਦੀ ਵੀ ਬਾਣੀ ਹੈ। ਬਾਣੀ ਦਾ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਹੈ। ਉਪਦੇਸ਼ ਚੌਹਾਂ ਵਰਨਾਂ ਤੋਂ ਸਾਂਝਾ। ਗੁਰੂ ਸਾਹਿਬ ਜੀ ਨੇ ਇੰਨੀ ਕਲੀਅਰਲੀ ਸਾਨੂੰ ਸਮਝਾਇਆ ਹੈ ਕਿ ਸਾਰੀ ਮਨੁੱਖਤਾ ਸਾਡਾ ਪਰਿਵਾਰ ਹੈ, ਕਿਉਂਕਿ ਵਾਹਿਗੁਰੂ ਹੀ ਸਭ ਦੇ ਮਾਤਾ ਪਿਤਾ ਨੇ, ਉਸਦੇ ਭੰਡਾਰ ਸਭ ਦੀ ਸਾਂਝੇ ਨੇ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਨੀ ਅਖੁ ਤੇਰੇ ਭੰਡਾਰ। ਸਾਨੂੰ ਕਿਸੇ ਨਾਲ ਕੋਈ ਵੈਰ ਜਾਂ ਦੁਸ਼ਮਣੀ ਨਹੀਂ, ਸਾਰੇ ਹੀ ਸਾਡੇ ਮਿੱਤਰ ਨੇ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਅਰਦਾਸ ਵਿੱਚ ਵੀ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਪਰ ਕੀ ਇਸ ਸਿੱਖਿਆ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲ ਰਹੇ ਹਾਂ? ਦੂਜਿਆਂ ਨੂੰ ਕੀ ਸਿਖਾਉਣਾ ਹੈ? ਸ਼ਾਇਦ ਸਾਨੂੰ ਆਪ ਨੂੰ ਹੀ ਸਿੱਖ ਰਹਿਤ ਮਰਿਆਦਾ ਦਾ ਗਿਆਨ ਨਹੀਂ। ਮੈਂ ਦੇਖਿਆ ਹੈ ਬਹੁਤ ਸਾਰੇ ਬੱਚੇ, ਨੌਜਵਾਨ, ਇਵਨ ਵੱਡੀ ਉਮਰਾਂ ਵਾਲੇ ਲੋਕ ਸਿਰ ਤੇ ਪਟਕੇ ਬੰਨੇ ਫਿਰਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਦਸਤਾਰ ਤੇ ਕਛਹਿਰਾ ਇੱਕ ਸਿੱਖ ਦੀ ਪੋਸ਼ਾਕ ਤੇ ਜ਼ਰੂਰੀ ਅੰਗ ਹੈ। ਦਸਤਾਰ ਨਾਲ ਤੇਰੀ ਕਹਿੰਦੇ ਸ਼ਾਨ ਖਾਲਸਾ, ਰੱਖੀ ਇਹਨੂੰ ਜਾਣ ਤੂੰ ਪਿਆਰੀ ਖਾਲਸਾ। ਦਸਤਾਰ ਤੋਂ ਬਿਨਾ ਸਿੱਖ ਨਹੀਂ, ਸਿੱਖ ਨਹੀਂ, ਸਿੱਖ ਨਹੀਂ, ਸਿੱਖ ਨਹੀਂ। ਸਾਰਿਆਂ ਗੁਰਦੁਆਰਿਆਂ ਵਿੱਚ ਬਹੁਤੀ ਸੰਗਤ ਆਨੰਦ ਸਾਹਿਬ ਵੇਲੇ ਆਉਂਦੀ ਹੈ। ਜਦੋਂ ਅਸੀਂ ਗੁਰਦੁਆਰੇ ਗਏ ਤਾਂ ਕੀਰਤਨ ਵੇਲੇ ਸੰਗਤ ਬਹੁਤ ਘੱਟ ਸੀ, ਪਰ ਆਹ ਵੇਖੋ ਲੰਗਰ ਵੇਲੇ ਕਿੰਜ ਹਾਲ ਫੁੱਲ ਪਿਆ। ਜੇ ਸਮਾਪਤੀ ਵੇਲੇ ਹੀ ਗੁਰਦੁਆਰੇ ਆਈਏ ਤਾਂ ਗੁਰਮਤਿ ਕੀ ਸਿੱਖਾਂਗੇ? ਵਧੀਆ ਪ੍ਰਚਾਰਕਾਂ ਤੇ ਕੀਰਤਨੀਆਂ ਦਾ ਵੀ ਕੀ ਲਾਭ ਜੇ ਸਰੋਤੇ ਹੀ ਨਾ ਹੋਣ? ਦੇਖੋ ਵੀਰੇ, ਗੁਰਦੁਆਰੇ ਨੂੰ ਸੋਹਣਾ ਬਣਾਉਣ ਦਾ ਉਪਰਾਲਾ ਚੱਲ ਰਿਹਾ ਹੈ। ਗੁਰਦੁਆਰਾ ਨਹੀਂ ਭਾਈ ਮੇਰੇ, ਗੁਰਦੁਆਰੇ ਦੀ ਬਿਲਡਿੰਗ ਨੂੰ ਸੋਹਣਾ ਬਣਾਇਆ ਜਾ ਰਿਹਾ ਹੈ। ਜਰਾ ਆਲੇ ਦੁਆਲੇ ਦਾ ਵੇਖੋ, ਕਿਤੇ ਸਫਾਈ ਦਿਸਦੀ ਹੈ? ਸਾਰਾ ਪੈਸਾ ਬਿਲਡਿੰਗਾਂ ਤੇ ਹੀ ਤਾਂ ਲਾ ਰਹੇ ਆ। ਗੁਰੂ ਸਾਹਿਬ ਦਾ ਉਪਦੇਸ਼ ਘਰ ਘਰ ਕਿਵੇਂ ਪਹੁੰਚਾਉਣਾ, ਇਸ ਪਾਸੇ ਵੱਲ ਕਿਸੇ ਦਾ ਧਿਆਨ ਨਹੀਂ। ਮੈਂ ਇੱਕ ਦਿਨ ਇੱਕ ਅੰਕਲ ਜੀ ਨੂੰ ਪੁੱਛ ਬੈਠਾ ਕਿ ਦਸਵੰਧ ਦੇਣ ਲਈ ਕੋਈ ਐਸੀ ਥਾਂ ਹੈ ਜਿੱਥੇ ਸਰਬੱਤ ਦੇ ਭਲੇ ਦਾ ਕੋਈ ਕੰਮ ਚੱਲਦਾ ਹੋਵੇ? ਕੀ ਜਵਾਬ ਮਿਲਿਆ ਜੀ? ਚੁੱਪੀ।
ਕਹਿੰਦੇ ਸੋਚ ਕੇ ਦੱਸਾਂਗੇ। ਇਹ ਹਾਲ ਕਰ ਦਿੱਤਾ ਸੀ ਆਪਣੇ ਧਰਮ ਦਾ, ਜਿਸ ਨੂੰ ਅਸੀਂ ਸਰਬੱਤ ਦੇ ਭਲੇ ਦਾ ਧਰਮ ਆਖਦੇ ਨਹੀਂ ਥੱਕਦੇ। ਤਾਈਓ ਤਾਂ ਸਾਡੇ ਵਰਗੇ ਮਨੁੱਖ, ਸਾਡੇ ਵਰਗੇ ਨੌਜਵਾਨ ਇਸ ਸਸ਼ੋਪੰਜ 'ਚ ਪਏ ਰਹਿੰਦੇ ਨੇ ਕਿ ਆਖਰ ਦਸਵੰਧ ਦਈਏ ਤਾਂ ਕਿੱਥੇ ਦਈਏ। ਵੇਖੋ ਵੀਰੇ, ਗੁਰਦੁਆਰਿਆਂ ਵਿੱਚ ਡਿਸਪੈਂਸਰੀਆਂ ਵੀ ਹਨ, ਪਰ ਇਹ ਡਿਸਪੈਂਸਰੀਆਂ ਲੰਗੜੇ ਘੋੜੇ ਵਾਂਗ ਸਿਰਫ ਦਿਖਾਵੇ ਮਾਤਰ ਨੇ। ਪਬਲਿਕ ਇਹਨਾਂ ਤੋਂ ਕੋਈ ਲਾਭ ਨਹੀਂ ਲੈ ਸਕਦੀ। ਤਕਰੀਬਨ ਸਾਰੇ ਗੁਰਦੁਆਰਿਆਂ ਵਿੱਚ ਰਿਹਾਇਸ਼ ਦੇ ਕਮਰੇ ਵੀ ਹਨ, ਪਰ ਇਹਨਾਂ ਦੀ ਸਫਾਈ ਤੇ ਹਾਈਜੀਨ ਦਾ ਰੱਬ ਰਾਖਾ। ਕਈ ਗੁਰਦੁਆਰਿਆਂ ਨੇ ਸਕੂਲ ਵੀ ਖੁੱਲੇ ਹੋਏ ਹੈ, ਪਰ ਜ਼ਿਆਦਾਤਰ ਸਕੂਲਾਂ ਵਿੱਚ ਗੁਰਮਤ ਸਿਖਾਉਣ ਦਾ ਕੋਈ ਉਪਰਾਲਾ ਹੀ ਨਹੀਂ। ਪਰ ਜੋ ਵੀ ਕਹੋ, ਲੰਗਰ ਤਾਂ ਬਹੁਤ ਵਧੀਆ ਹੈ। ਸੰਗਤ ਤੇ ਪੰਗਤ ਬਹੁਤ ਵਧੀਆ ਤਰੀਕੇ ਨਾਲ ਬੈਠੀ ਹੈ। ਭਾਵੇਂ ਸੰਗਤ ਦਾ ਲੰਗਰ ਬਣਾਉਣ ਵਿੱਚ ਕੋਈ ਸੇਵਾ ਨਹੀਂ, ਪਰ ਲੰਗਰ ਵਰਤਾਉਣ ਵਿੱਚ ਸੇਵਾ ਪੂਰੀ ਹੋ ਰਹੀ ਹੈ। ਇਸੇ ਕਰਕੇ ਸ਼ਾਇਦ ਸੰਗਤ ਵਿੱਚ ਬਹੁਤਿਆਂ ਦਾ ਜਵਾਬ ਇਹੀ ਹੈ ਕਿ ਉਹ ਗੁਰਦੁਆਰੇ ਲੰਗਰ ਖਾਣ ਲਈ ਆਉਂਦੇ ਨੇ। ਉੱਪਰੋਂ ਤਾਂ ਇਹ ਗੱਲ ਸਾਨੂੰ ਬੁਰਾ ਇੰਪ੍ਰੈਸ਼ਨ ਦਿੰਦੀ ਹੈ, ਪਰ ਜ਼ਰਾ ਧਿਆਨ ਨਾਲ ਸੋਚੀਏ ਤਾਂ ਇਸਦੇ ਵਿੱਚ ਸਿੱਖੀ ਦੇ ਸੁਨਹਿਰੇ ਅਸੂਲ ਛਿਪੇ ਨੇ। ਪਹਿਲਾ, ਸਰੀਰ ਦੀ ਮਜ਼ਬੂਤੀ ਲਈ ਪਵਿੱਤਰ ਖਾਣਾ ਬਹੁਤ ਜ਼ਰੂਰੀ ਹੈ। ਦੂਸਰਾ, ਸੱਚੀ ਕਿਰਤ ਕਰਕੇ ਖਾਣਾ ਬਹੁਤ ਜ਼ਰੂਰੀ ਹੈ, ਮੰਗ ਕੇ ਨਹੀਂ। ਗੁਰਬਾਣੀ ਵਿੱਚ ਸਾਨੂੰ ਐਸੇ ਸ਼ਬਦ ਮਿਲਦੇ ਹਨ ਜੋ ਦੱਸਦੇ ਨੇ ਕਿ ਅੰਨ ਨੂੰ ਤਿਆਗਣ ਨਾਲ ਮਨ ਪਵਿੱਤਰ ਨਹੀਂ ਹੁੰਦਾ, ਸਗੋਂ ਸਰੀਰ ਨੂੰ ਰੋਗ ਲੱਗ ਜਾਂਦੇ ਨੇ। ਸੰਗਤ ਤੇ ਪੰਗਤ ਦਾ ਸਿਸਟਮ ਸਮਾਜਿਕ ਬਰਾਬਰੀ, ਵੰਡ ਛਕਣਾ, ਸੇਵਾ, ਨਿਮਰਤਾ ਤੇ ਪਿਆਰ ਦੀ ਭਾਵਨਾ ਜਗਾਉਣ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ। ਈਵਨ ਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ ਗੁਰੂ ਪਤਨੀ ਮਾਤਾ ਖੀਵੀ ਜੀ ਦੀ ਪਿਆਰ ਭਰੀ ਸੇਵਾ ਭਾਵਨਾ ਨਾਲ ਬਣਿਆ ਦੁੱਧ ਤੇ ਘਿਓ ਦੀ ਖੀਰ ਦਾ ਲੰਗਰ ਬਹੁਤ ਪ੍ਰਸਿੱਧ ਸੀ, ਜਿਸ ਦਾ ਸਵਾਦ ਮਾਣਨ ਲਈ ਦੂਰੋਂ ਦੂਰੋਂ ਸੰਗਤ ਪਹੁੰਚਦੀ ਸੀ। ਇਸ ਦਾ ਵਰਣਨ ਗੁਰਬਾਣੀ ਵਿੱਚ ਇਸ ਤਰ੍ਹਾਂ ਹੈ: ਬਲਵੰਤ ਖੀਵੀ ਨੇਕ ਜਨ, ਜਿਸ ਬੋਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਪਿਆਲੀ। ਗੁਰਮਤਿ ਵਿੱਚ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਦੀ ਨੀਂਹ ਇੰਨੀ ਪੱਕੀ ਬਣਾਈ ਹੈ ਕਿ ਅੱਜ ਭਾਵੇਂ ਗੁਰਦੁਆਰੇ ਗੁਰਮਤਿ ਦਾ ਸਰਬ ਸਾਂਝਾ ਉਪਦੇਸ਼ ਦੇਣ ਵਿੱਚ ਫੇਲ ਹੋ ਰਹੇ ਨੇ, ਪਰ ਸੰਗਤ ਪੰਗਤ ਵਿੱਚੋਂ ਮਨੁੱਖਤਾ ਦੀ ਬਰਾਬਰੀ ਦਾ ਜੋ ਉਪਦੇਸ਼ ਮਿਲਦਾ ਹੈ ਉਹ ਅਜੇ ਵੀ ਕਾਇਮ ਹੈ। ਇਸੇ ਨੀਂਹ ਤੇ ਗੁਰਮਤਿ ਦਾ ਮਹਿਲ ਫੇਰ ਖੜਾ ਕੀਤਾ ਜਾ ਸਕਦਾ ਹੈ। ਕੀਤਾ ਤੇ ਬਹੁਤ ਕੁਝ ਜਾ ਸਕਦਾ ਹੈ, ਪਰ ਇਹ ਕਰੇਗਾ ਕੌਣ? ਕੀਤਾ ਤੇ ਬਹੁਤ ਕੁਝ ਜਾ ਸਕਦਾ ਹੈ, ਪਰ ਇਹ ਕਰੇਗਾ ਕੌਣ? ਅਸੀਂ ਕਰਾਂਗੇ। ਕਦ ਤੱਕ ਸਾਡੀ ਨੌਜਵਾਨ ਪੀੜ੍ਹੀ ਆਪਣੀ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਬੈਠੀ ਰਹੇਗੀ? ਸਿੱਖੀ ਦਾ ਭਵਿੱਖ ਸਾਡੇ ਹੱਥ ਹੈ। ਕਦ ਤੱਕ ਅਸੀਂ ਕਰਪਟ ਤੇ ਖੁਦਗਰਜ਼ ਲੀਡਰਾਂ ਦੇ ਹੱਥੋਂ ਆਪਣੀ ਪੰਥ ਦੀ ਹੋ ਰਹੀ ਬੇਅਦਬੀ ਨੂੰ ਵੇਖਾਂਗੇ? ਕਦੋਂ ਕਰਾਂਗੇ ਅਸੀਂ ਆਪਣੀ ਪੰਜ ਪ੍ਰਵਾਨੀ ਸਿਸਟਮ ਦਾ ਬਹਾਲ? ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਦੇ ਲਾਸਾਨੀ ਇਤਿਹਾਸ ਤੇ ਸੁਨਹਿਰੀ ਅਸੂਲਾਂ ਬਾਰੇ ਜਾਗਰੂਕ ਕਰਾਵਾਂਗੇ। ਅਸੀਂ ਦੱਸਾਂਗੇ ਸਾਰੀ ਦੁਨੀਆ ਨੂੰ ਸਰਬ ਸਾਂਝੀ ਗੁਰਬਾਣੀ ਦਾ ਉਪਦੇਸ਼। ਅਸੀਂ ਗੋਲਕ ਤੇ ਦਸਵੰਧ ਦੀ ਹੋ ਰਹੀ ਗੱਲ ਵਰਤੋਂ ਨੂੰ ਰੋਕਾਂਗੇ ਤਾਂ ਮਾਨਵਤਾ ਦੇ ਭਲੇ ਵੱਲ ਲਾਵਾਂਗੇ। ਅਸੀਂ ਬੰਦ ਪਈਆਂ ਡਿਸਪੈਂਸਰੀਆਂ ਤੇ ਸਕੂਲਾਂ ਵਿੱਚ ਨਵੀਂ ਰੂਹ ਫੂਕ ਦੇਵਾਂਗੇ। ਅਸੀਂ ਤਿਆਰ ਕਰਾਂਗੇ ਸਿੱਖੀ ਦਾ ਉਹ ਮਹਿਲ ਜਿਹੜਾ ਗੁਰੂ ਸਾਹਿਬ ਜੀ ਨੇ ਆਪ ਉਸਾਰਿਆ ਸੀ। ਅੱਜ ਜਦ ਚਿੰਗਾਰੀ ਇੱਥੋਂ ਉੱਠੇਗੀ, ਤੁਸੀਂ ਵੇਖ ਲੈਣਾ, ਇੱਕ ਦਿਨ ਹਰ ਸਿੱਖ ਵਿੱਚ ਅੱਗ ਬਣ ਕੇ ਬਲੇਗੀ ਤੇ ਸਾਰੀ ਕੁਰੀਤੀਆਂ ਨੂੰ ਸਾੜ ਕੇ ਇੱਕ ਨਵੇਂ ਤੇ ਸਚਿਆਰੇ ਸਮਾਜ ਨੂੰ ਜਨਮ ਦੇਵੇਗੀ। ਤਾਂ ਫਿਰ ਠੀਕ ਹੈ, ਚਲੋ ਸਿੰਘੋ ਸੇਵਾ ਵਿੱਚ ਲਗੇ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। तो प्रेम खिलता जाओ सिर पर कली कली मरियाओ। मार्ग पैर तरीजै, मार्ग पैर तरीजै, फिर दीजै कान न कीजै, फिर दीजै कान न कीजै। बोले सोनिहाल सत श्री अकाल। लड़ै दीन के जो लड़ै दीन के, जो लड़ै ਧਰਮਸਾਲ ਬਣਾਈ ਨਾਨਕ ਨੇ, ਜਿੱਥੇ ਮੱਤ ਗੁਰੂ ਦੀ ਲੈਣੀ ਸੀ। ਜੀਵਨ ਜਾਚ ਦਾ ਵੱਲ ਸੀ ਅਸਾਂ, ਸਿੱਖਣਾ ਤੇ ਜ਼ਿੰਦਗੀ ਸਫਲ ਬਣਾਣੀ ਸੀ। ਅਸੀਂ ਪੂਜਾ ਸਥਾਨ ਬਣਾ ਦਿੱਤਾ, ਸ਼ਬਦ ਗੁਰੂ ਦਾ ਪ੍ਰਕਾਸ਼ ਵਿੱਚ ਚਾਰ ਦੀਵਾਰਾਂ ਲੁਕਾ ਦਿੱਤਾ। ਸਾਂਝੀ ਵਾਲਤਾ ਨੂੰ ਸਿਖਰਾਂ ਤੱਕ ਪਹੁੰਚਾਉਣ ਵਾਲਾ, ਸਮੁੱਚੀ ਮਾਨਵਤਾ ਨੂੰ ਇੱਕ ਨਾਲ ਜੋੜਨ ਵਾਲਾ ਆਪ ਸਰਬੱਤ ਵਿੱਚ ਵਸ ਰਿਹਾ ਹੈ। ਹਾਂ ਸਰਬੱਤ ਹੀ ਮੇਰੇ ਗੁਰੂ ਦਾ ਘਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।